ਪੰਜਾਬੀ ਭਾਸ਼ਾ ਨਾਲ ਜੁੜੇ ਸਾਰੇ ਸਿੱਖਿਆਰਥੀਆਂ ਦਾ ਹਾਰਦਿਕ ਸਵਾਗਤ ਕਰਦਾ ਹੈ ਜੀ ਤੁਹਾਡਾ ਆਪਣਾ ਸਪੀਰੀਅਰ ਸਟੱਡੀ ਚੈਨਲ। ਆਪਾਂ ਇਸ ਚੈਨਲ 'ਤੇ ਕਰ ਰਹੇ ਸੀ ਪੰਜਾਬੀ ਵਿਆਕਰਨ ਦਾ ਟੌਪਿਕ ਭਾਸ਼ਾ ਉਤਪਤੀ ਦੇ ਸਿਧਾਂਤ, ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਅਤੇ ਭਾਸ਼ਾ ਦੀਆਂ ਕਿਸਮਾਂ। ਇਹਨਾਂ ਸੰਬੰਧੀ 2 ਲੈਕਚਰ ਸਾਡੇ ਬਣ ਚੁੱਕੇ ਆ, ਜਿਸ ਦੇ ਵਿੱਚ ਵਿਸਥਾਰਪੂਰਵਕ ਚਰਚਾ ਕਰ ਚੁੱਕੇ ਹਾਂ ਭਾਸ਼ਾ ਬਾਰੇ, ਅਤੇ ਉਹਨਾਂ ਦੇ ਲਿੰਕਸ ਮਿਲ ਜਾਣਗੇ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ। ਅੱਜ ਦੀ ਜੋ ਆਪਣੀ ਵੀਡੀਓ ਰਹੇਗੀ ਉਹ ਫੋਕਸ ਕਰੇਗੀ ਪੰਜਾਬੀ ਭਾਸ਼ਾ ਦੇ ਨਿਕਾਸ ਬਾਰੇ। ਵੈਸੇ ਇਸ ਦੇ 2 ਟੌਪਿਕ ਬਣਦੇ ਨੇ, ਪੰਜਾਬੀ ਭਾਸ਼ਾ ਦਾ ਨਿਕਾਸ ਅਤੇ ਵਿਕਾਸ, ਪਰ ਅੱਜ ਦਾ ਜੋ ਸਾਡਾ ਲੈਕਚਰ ਰਹੇਗਾ ਇਸ ਦੇ ਵਿੱਚ ਅਸੀਂ ਸਿਰਫ ਪੰਜਾਬੀ ਭਾਸ਼ਾ ਦੇ ਜਨਮ ਬਾਰੇ ਪੜ੍ਹਾਂਗੇ ਕਿ ਕਿੱਥੋਂ ਜਿਹੜਾ ਪੰਜਾਬੀ ਭਾਸ਼ਾ ਨੇ ਸਫ਼ਰ ਤੈਅ ਕੀਤਾ ਆਪਣੇ ਅੱਜ ਦੇ ਰੂਪ ਵਿੱਚ ਆਉਣ ਲਈ। ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਲੈਕਚਰ ਬਿਨਾਂ ਕਿਸੇ ਦੇਰੀ ਤੋਂ। ਪੰਜਾਬੀ ਭਾਸ਼ਾ ਦਾ ਨਿਕਾਸ ਜਾਂ ਕਹਿ ਸਕਦੇ ਹਾਂ ਪੰਜਾਬੀ ਭਾਸ਼ਾ ਦਾ ਜਨਮ। ਠੀਕ ਹੈ, ਪਹਿਲਾਂ ਅਸੀਂ ਇਹ ਕਰਾਂਗੇ, ਉਸ ਤੋਂ ਬਾਅਦ ਹੀ ਜਿਹੜਾ ਵਿਕਾਸ ਵਾਲਾ ਟੌਪਿਕ ਹੈ ਉਹ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਜੋ ਸੰਸਾਰ ਦੇ ਭਾਸ਼ਾ ਚੱਕਰ ਨੇ, ਠੀਕ ਹੈ, ਭਾਸ਼ਾ ਚੱਕਰ 4 ਮੰਨੇ ਗਏ ਨੇ। ਉਸ ਤੋਂ ਬਾਅਦ ਭਾਸ਼ਾ ਪਰਿਵਾਰ ਆਉਂਦੇ ਨੇ ਜਿਨ੍ਹਾਂ ਦੀ ਗਿਣਤੀ 12 ਹੈ। ਤਾਂ ਆਪਣੇ ਲਈ ਜਾਣਨਾ ਜ਼ਰੂਰੀ ਹੈ ਕਿ ਜੋ ਸਾਡੀ ਪੰਜਾਬੀ ਭਾਸ਼ਾ ਹੈ ਉਸ ਦਾ ਸੰਬੰਧ ਕਿਸ ਪਰਿਵਾਰ ਨਾਲ ਹੈ, ਤਾਂ ਉਹ ਹੈ ਜੀ ਆਰੀਆ ਭਾਸ਼ਾ ਪਰਿਵਾਰ ਨਾਲ। ਠੀਕ ਹੈ, ਅਤੇ ਇਹ ਕਿੱਥੋਂ ਆਇਆ? ਹਿੰਦ ਯੂਰਪੀ ਬੋਲੀ ਤੋਂ। ਇਹ ਕਿੱਥੋਂ ਨਿਕਲਿਆ ਜੀ? ਜੋ ਆਰੀਆ ਭਾਸ਼ਾ ਪਰਿਵਾਰ ਹੈ ਉਹ ਹਿੰਦ ਯੂਰਪੀ ਬੋਲੀ। ਠੀਕ ਹੈ, ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਮੂਲ ਭਾਸ਼ਾ ਦੀ, ਕਿ ਜੋ ਪੰਜਾਬੀ ਹੈ ਉਸ ਦੀ ਮੂਲ ਭਾਸ਼ਾ ਕਿਹੜੀ ਮੰਨੀ ਜਾਂਦੀ ਹੈ, ਜਿੱਥੋਂ ਹੌਲੀ ਹੌਲੀ ਇਹ ਵਿਕਾਸ ਕਰਦੀ ਆਈ ਹੈ। ਤਾਂ ਉਹ ਹੈ ਜੀ, ਕਈ ਸਿਧਾਂਤ ਨੇ ਇਸ ਸੰਬੰਧੀ। ਪ੍ਰਾਥਮਿਕ ਪ੍ਰਕਿਰਤ ਮੰਨੀ ਜਾਂਦੀ ਹੈ, ਪ੍ਰਾਚੀਨ ਭਾਰਤੀ ਆਰਿਆ ਮੰਨੀ ਜਾਂਦੀ ਹੈ, ਵੈਦਿਕ ਭਾਸ਼ਾ ਮੰਨੀ ਜਾਂਦੀ ਹੈ ਅਤੇ ਵੈਦਿਕ ਸੰਸਕ੍ਰਿਤ ਮੰਨੀ ਜਾਂਦੀ ਹੈ। ਠੀਕ ਹੈ, ਅਲੱਗ-ਅਲੱਗ ਵਿਦਵਾਨਾਂ ਨੇ ਇਹਨਾਂ ਦੇ ਸੰਬੰਧੀ ਜਿਹੜੀ ਆਪਣੀ ਰਾਏ ਆ ਉਹ ਦਿੱਤੀ ਹੈ, ਪਰ ਜਿਹੜੇ ਜ਼ਿਆਦਾਤਰ ਵਿਦਵਾਨ ਸਹਿਮਤ ਹੋਏ ਨੇ ਉਹ ਹੋਏ ਨੇ ਜੀ ਵੈਦਿਕ ਸੰਸਕ੍ਰਿਤ ਨਾਲ। ਠੀਕ ਹੈ, ਵੈਦਿਕ ਸੰਸਕ੍ਰਿਤ ਕਿਸ ਤੋਂ ਉਪਜੀ ਹੈ? ਵੈਦਿਕ ਭਾਸ਼ਾ ਤੋਂ। ਠੀਕ ਹੈ, ਤਾਂ ਇਸ ਦੇ ਉੱਪਰ ਹੀ ਜ਼ਿਆਦਾ ਸਹਿਮਤੀ ਮਿਲੀ ਹੈ ਕਿ ਵੈਦਿਕ ਸੰਸਕ੍ਰਿਤ ਨੂੰ ਪੰਜਾਬੀ ਦੀ ਮੂਲ ਭਾਸ਼ਾ ਮੰਨਿਆ ਜਾ ਸਕਦਾ ਹੈ। ਤਾਂ ਹੁਣ ਅਸੀਂ ਪੜ੍ਹਾਂਗੇ ਕਿ ਕਿਸ ਤਰ੍ਹਾਂ ਸਫ਼ਰ ਸ਼ੁਰੂ ਹੋਇਆ ਪੰਜਾਬੀ ਦਾ ਵੈਦਿਕ ਸੰਸਕ੍ਰਿਤ ਤੋਂ। ਜੋ ਵੈਦਿਕ ਸੰਸਕ੍ਰਿਤ ਹੈ ਉਸ ਤੋਂ ਹੀ ਉਪਜੀ ਸੀ ਕਲਾਸੀਕਲ ਸੰਸਕ੍ਰਿਤ। ਅਤੇ ਜੇ ਆਪਾਂ ਇਸ ਦਾ ਸਮਾਂ ਦੇਖੀਏ ਤਾਂ ਜੋ ਸੰਸਕ੍ਰਿਤ ਹੈ ਇਸ ਦਾ ਸਮਾਂ ਰਿਹਾ 2500 ਈਸਵੀ ਪੂਰਵ ਤੋਂ 1000 ਈਸਵੀ ਪੂਰਵ। ਵੈਦਿਕ ਸੰਸਕ੍ਰਿਤ ਦੇ ਵਿੱਚੋਂ ਨਿਕਲੀ ਜੀ ਕਲਾਸੀਕਲ ਸੰਸਕ੍ਰਿਤ। ਕਲਾਸੀਕਲ ਸੰਸਕ੍ਰਿਤ ਜਿਸ ਦੇ ਵਿੱਚ ਵਿਆਕਰਨਿਕ ਨਿਯਮਾਂ ਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ, ਅਤੇ ਇਸ ਦੇ ਜੋ ਸਾਹਿਤਿਕ ਰੂਪ ਦੀ ਹੋਂਦ ਮਿਲੀ, ਪਹਿਲੀ ਵਾਰ ਸਾਹਿਤ ਦੇ ਵਿੱਚ ਇਸ ਨੂੰ ਵਰਤਿਆ ਗਿਆ ਤਾਂ ਉਹ ਮਿਲਿਆ ਸਾਨੂੰ ਰਿਗਵੇਦ ਵਿੱਚ। ਰਿਗਵੇਦ ਵਿੱਚ ਦੇਖਣ ਨੂੰ ਮਿਲਦੀ ਹੈ ਇਸ ਦੀ ਸਾਹਿਤਿਕ ਰੂਪ ਦੇ ਵਿੱਚ ਵਰਤੋਂ। ਇਸ ਤੋਂ ਬਾਅਦ ਜੋ ਕਲਾਸੀਕਲ ਸੰਸਕ੍ਰਿਤ ਸੀ ਉਹ ਵਿਆਕਰਨ ਦੇ ਨਿਯਮਾਂ ਦੇ ਵਿੱਚ ਬੱਧੀ ਹੋਣ ਕਰਕੇ ਆਮ ਲੋਕਾਂ ਤੋਂ ਦੂਰ ਹੋ ਗਈ। ਠੀਕ ਹੈ, ਤਾਂ ਜਿੰਨੀ ਜ਼ਿਆਦਾ ਜਿਹੜੀ ਭਾਸ਼ਾ ਗੀ ਉਹ ਔਖੀ ਹੋਵੇਗੀ ਜਾਂ ਉਸ ਨੂੰ ਆਪਾਂ ਕਠੋਰ ਨਿਯਮਾਂ ਦੇ ਵਿੱਚ ਬੰਨਾਂਗੇ ਤਾਂ ਜੋ ਸਧਾਰਨ ਜਨਤਾ ਹੈਗੀ ਉਹ ਉਸ ਤੋਂ ਦੂਰ ਹੁੰਦੀ ਚਲੀ ਜਾਏਗੀ। ਇਹ ਇੱਕ ਸੱਚਾਈ ਹੈ। ਠੀਕ ਹੈ, ਇਸੇ ਤਰ੍ਹਾਂ ਹੀ ਵਾਪਰਿਆ ਸੰਸਕ੍ਰਿਤ ਦੇ ਨਾਲ ਕਿ ਜੋ ਕਲਾਸੀਕਲ ਸੰਸਕ੍ਰਿਤ ਸੀ, ਕਲਾਸੀਕਲ ਦੇ ਤਾਂ ਨਾਮ ਤੋਂ ਹੀ ਸਪਸ਼ਟ ਹੋ ਜਾਂਦਾ ਕਿ ਪੂਰੀ ਤਰ੍ਹਾਂ ਨਿਯਮਾਂ ਦੇ ਉੱਪਰ, ਤਾਂ ਇਹ ਇੱਕ ਸੀਮਤ ਹੋ ਕੇ ਰਹਿ ਗਈ ਬ੍ਰਾਹਮਣਾਂ ਤੱਕ। ਠੀਕ ਹੈ, ਜਾਂ ਜੋ ਵਿਦਵਾਨ ਹੋਏ ਸੀ ਉਸ ਸਮੇਂ, ਜੋ ਜ਼ਿਆਦਾਤਰ ਜਿਹੜੀ ਇੰਪੋਰਟੈਂਸ ਦਿੰਦੇ ਸੀ ਸੰਸਕ੍ਰਿਤ ਨੂੰ। ਠੀਕ ਹੈ, ਇਸ ਕਰਕੇ ਆਮ ਲੋਕ ਇਸ ਭਾਸ਼ਾ ਤੋਂ ਦੂਰ ਹੋ ਗਏ। ਅਤੇ ਫਿਰ ਜਦੋਂ ਇੱਕ ਭਾਸ਼ਾ ਦੂਰ ਹੋ ਜਾਵੇ ਤਾਂ ਦੂਜੀ ਭਾਸ਼ਾ ਆਟੋਮੈਟਿਕਲੀ ਉਸ ਦੀ ਜਗ੍ਹਾ ਲੈਣ ਲੱਗ ਜਾਂਦੀ ਹੈ। ਤਾਂ ਇਹ ਜਗ੍ਹਾ ਲਈ ਜੀ ਪਾਲੀ ਭਾਸ਼ਾ ਨੇ। ਠੀਕ ਹੈ, ਅਸਲ ਦੇ ਵਿੱਚ ਜੋ ਪਾਲੀ ਭਾਸ਼ਾ ਸੀ ਉਹ ਪ੍ਰਕਿਰਤਾਂ ਦਾ ਹੀ ਇੱਕ ਰੂਪ ਸੀ, ਅਤੇ ਇਹ ਜੋ ਪਾਲੀ ਭਾਸ਼ਾ ਸੀ ਇਸ ਨੇ ਬਹੁਤ ਜ਼ਿਆਦਾ ਮਹਾਨਤਾ ਜਾਂ ਪ੍ਰਸਿੱਧਤਾ ਕਿਉਂ ਪ੍ਰਾਪਤ ਕੀਤੀ? ਕਿਉਂਕਿ ਜੋ ਮਹਾਤਮਾ ਬੁੱਧ ਜੀ ਸੀਗੇ ਉਹਨਾਂ ਨੇ ਇਸ ਭਾਸ਼ਾ ਨੂੰ ਆਪਣੇ ਪ੍ਰਚਾਰ ਮਾਧਿਅਮ ਵਜੋਂ ਚੁਣਿਆ।
ਆਪਾਂ ਜਾਣਦੇ ਹਾਂ ਕਿ ਜੋ ਪਾਲੀ ਭਾਸ਼ਾ ਹੈ ਉਹ ਬੁੱਧ ਧਰਮ ਦੀ ਦੇਣ ਹੈ, ਪਰ ਨਹੀਂ, ਉਹਨਾਂ ਨੇ ਇਸ ਨੂੰ ਅਪਣਾਇਆ ਸੀ। ਕੋਈ ਵੀ ਜਿਹੜੀ ਭਾਸ਼ਾ ਗੀ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਸਪੈਸ਼ਲ ਵਰਗ ਨੇ ਉਸ ਨੂੰ ਬਣਾਇਆ ਤੇ ਇੱਕਦਮ ਹੀ ਉਹਦਾ ਜਨਮ ਹੋ ਗਿਆ ਤੇ ਇੱਕਦਮ ਹੀ ਉਸ ਨੂੰ ਵਰਤਣ ਲੱਗ ਗਈ। ਇਸ ਤਰ੍ਹਾਂ ਨਹੀਂ ਹੋ ਸਕਦਾ। ਇਸ ਨੂੰ ਬੁੱਧ ਧਰਮ ਨਾਲ ਕਿਉਂ ਜੋੜਿਆ ਜਾਂਦਾ ਹੈ? ਕਿਉਂਕਿ ਮਹਾਤਮਾ ਬੁੱਧ ਨੇ ਇਸ ਭਾਸ਼ਾ ਨੂੰ ਅਪਣਾਇਆ ਸੀ ਆਪਣੇ ਧਰਮ ਦਾ ਪ੍ਰਚਾਰ ਕਰਨ ਦੇ ਲਈ। ਠੀਕ ਹੈ, ਤੇ ਇਹ ਭਾਸ਼ਾ ਕਾਫੀ ਸਰਲ ਸੀਗੀ, ਇਸ ਕਰਕੇ ਲੋਕਾਂ ਦੀ ਭਾਸ਼ਾ ਬਣ ਗਈ। ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਆਪਣੀ ਭਾਸ਼ਾ ਨੂੰ ਬਚਾਉਣ ਦੇ ਲਈ ਜੋ ਵਿਦਵਾਨ ਸੀਗੇ ਉਹਨਾਂ ਨੇ ਕੀ ਕੀਤਾ, ਆਪਣੇ ਗ੍ਰੰਥ ਲਿਖਣੇ ਸ਼ੁਰੂ ਕਰਤੇ। ਠੀਕ ਹੈ, ਤਾਂ ਕਿ ਜਿਹੜੀ ਭਾਸ਼ਾ ਗੀ ਉਸ ਦੀ ਰੱਖਿਆ ਕੀਤੀ ਜਾ ਸਕੇ। ਤਾਂ ਸੰਸਕ੍ਰਿਤ ਨੂੰ ਲੋਕਾਂ ਦੇ ਵਿੱਚ ਦੁਬਾਰਾ ਪ੍ਰਚਲਿਤ ਕਰਨ ਦੇ ਲਈ ਜਾਂ ਉਸ ਨੂੰ ਸਾਂਭ ਕੇ ਰੱਖਣ ਦੇ ਲਈ ਜੋ ਭਰਤ ਮੁਨੀ ਨੇ ਉਹਨਾਂ ਨੇ ਆਪਣਾ ਗ੍ਰੰਥ ਲਿਖਿਆ ਨਾਟਯ ਸ਼ਾਸਤਰ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਇਹਨੂੰ ਧਿਆਨ ਨਾਲ ਨੋਟ ਕਰ ਲਿਓ। ਤੇ ਇਹ ਇੱਕ ਅਜਿਹਾ ਗ੍ਰੰਥ ਸੀ ਜਿਸ ਨੇ ਕਾਹਦਾ ਆਰੰਭ ਕੀਤਾ? ਭਾਰਤੀ ਕਾਵ ਸਿਧਾਂਤ ਦਾ। ਪਹਿਲੀ ਵਾਰ ਸ਼ੁਰੂ ਹੋਇਆ ਭਾਰਤੀ ਕਾਵ ਸਿਧਾਂਤ ਕਦੋਂ? ਨਾਟਯ ਸ਼ਾਸਤਰ ਦੀ ਰਚਨਾ ਤੋਂ ਬਾਅਦ। ਤੇ ਜੋ ਭਰਤ ਮੁਨੀ ਨੇ ਇਹਨਾਂ ਨੂੰ ਪਹਿਲੇ ਭਾਰਤੀ ਆਲੋਚਕ ਮੰਨਿਆ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਜੀ ਪਾਣਿਨੀ ਦਾ ਗ੍ਰੰਥ। ਇਹ ਵੀ ਇਸੇ ਆਸ਼ੇ ਨਾਲ ਹੀ ਲਿਖਿਆ ਗਿਆ ਸੀ ਕਿ ਜੋ ਸੰਸਕ੍ਰਿਤ ਦੀ ਮਹਾਨਤਾ ਹੈ ਉਸ ਨੂੰ ਕਾਇਮ ਰੱਖਿਆ ਜਾਵੇ। ਤਾਂ ਇਸ ਦਾ ਨਾਮ ਸੀ ਅਸ਼ਟਾਧਿਆਇ। ਤੇ ਇਹਦੇ ਵਿੱਚ ਕੀ ਲਿਖਿਆ ਗਿਆ? ਸੰਸਕ੍ਰਿਤ ਦੀ ਵਿਆਕਰਨ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਨੂੰ ਕਲੀਅਰ ਹੋ ਗਿਆ ਕਿ ਇਹ ਜਿਹੜੀ ਭਾਸ਼ਾ ਸੀ ਉਹ ਸਾਹਿਤਿਕ ਨਿਯਮਾਂ ਦੇ ਵਿੱਚ ਵੱਜ ਗਈ ਤੇ ਆਮ ਲੋਕਾਂ ਤੋਂ ਦੂਰ ਹੋ ਗਈ। ਤੇ ਇਸ ਦੀ ਜਗ੍ਹਾ ਤੇ ਕੀ ਚੱਲ ਪਏ ਜੀ? ਪ੍ਰਕਿਰਤ। ਤੇ ਪ੍ਰਕਿਰਤ ਦਾ ਸਮਾਂ ਰਿਹਾ 1000 ਈਸਵੀ ਪੂਰਵ ਤੋਂ 500 ਈਸਵੀ ਪੂਰਵ। ਤੇ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਪ੍ਰਸਿੱਧੀ ਮਿਲੀ ਉਹ ਮਿਲੀ ਸੀ ਪਾਲੀ ਨੂੰ। ਠੀਕ ਹੈ, ਜਿਸ ਦਾ ਜੋ ਮੇਨ ਜਿਹੜਾ ਰਿਹਾ ਉਹਦਾ ਸਮਾਂ ਕਹਿ ਸਕਦੇ ਹਾਂ ਆਪਾਂ, ਉਹ 600 ਤੋਂ 700 ਈਸਵੀ ਪੂਰਵ ਜ਼ੋਰਾਂ 'ਤੇ ਰਹੀ ਇਹ ਭਾਸ਼ਾ। ਠੀਕ ਹੈ, ਇਹ ਸਮੇਂ ਦੇ ਵਿੱਚ। ਤਾਂ ਇਸ ਦਾ ਜੋ ਸੰਕਲਪ ਹੈ ਉਹ ਲਿਆ ਜਾਂਦਾ ਹੈ ਪਾੜ ਤੋਂ, ਕਿ ਪਹਿਲਾਂ ਸਭ ਤੋਂ ਪਹਿਲਾਂ ਪਾੜ ਸ਼ਬਦ ਚੱਲਿਆ, ਫਿਰ ਉਸ ਤੋਂ ਪਾਲ ਬਣ ਗਿਆ ਤੇ ਉਸ ਤੋਂ ਬਾਅਦ ਪਾਲੀ। ਠੀਕ ਹੈ, ਜੋ ਕੋਸੰਬੀ ਸੀ ਉਹਨਾਂ ਦਾ ਕੀ ਮਤ ਹੈ? ਇਹ ਵਿਦਵਾਨ ਹੋਏ ਨੇ ਇੱਕ, ਉਹਨਾਂ ਨੇ ਕਿਹਾ ਕਿ ਜੋ ਪਾਲੀ ਭਾਸ਼ਾ ਹੈ ਉਹ ਕਿਹੜੇ ਧਾਤੂ ਤੋਂ ਆਈ ਹੈ ਜੀ? ਉਹ ਆਈ ਹੈ ਪਾਲ ਧਾਤੂ ਤੋਂ। ਪਾਲ ਦਾ ਮਤਲਬ ਕਿਸੇ ਦੀ ਪਾਲਣ ਪੋਸ਼ਣ ਕਰਨਾ ਤੇ ਉਸ ਦੀ ਰੱਖਿਆ ਕਰਨਾ। ਠੀਕ ਹੈ, ਤਾਂ ਉਹਨਾਂ ਨੇ ਕਿਹਾ ਕਿ ਬੁੱਧ ਧਰਮ ਦੇ ਜਿਹੜੇ ਨਿਯਮ ਸੀ ਉਹਨਾਂ ਦੀ ਸੁਰੱਖਿਆ ਕਰਨ ਵਾਲੀ ਭਾਸ਼ਾ ਸੀ। ਕਿਹੜੀ ਭਾਸ਼ਾ? ਪਾਲੀ ਭਾਸ਼ਾ। ਪਰ ਅਸਲ ਦੇ ਵਿੱਚ ਪਾਲੀ ਭਾਸ਼ਾ ਤਾਂ ਇਸ ਦਾ ਨਾਮ ਬਾਅਦ ਦੇ ਵਿੱਚ ਬਣਿਆ। ਇਹ ਕੀ ਸੀ? ਇਹ ਸੀ ਮਗਧ ਦੀ ਪ੍ਰਕਿਰਤ ਭਾਸ਼ਾ। ਠੀਕ ਹੈ ਜੀ। ਤੇ ਲੋਕਪ੍ਰਿਯ ਹੋਣ ਕਰਕੇ ਹੌਲੀ ਹੌਲੀ ਇਸ ਦਾ ਨਾਮ ਕੀ ਪੈ ਗਿਆ? ਪਾਲੀ ਭਾਸ਼ਾ। ਤੇ ਇਹ ਬਣ ਗਈ ਪੂਰੇ ਉੱਤਰ ਭਾਰਤ ਦੀ ਸਾਂਝੀ ਭਾਸ਼ਾ। ਠੀਕ ਹੈ ਜੀ। ਤਾਂ ਇਸ ਦੇ ਵਿੱਚ ਹੀ ਜਿਹੜਾ ਸਾਹਿਤ ਰਚਿਆ ਜਾਣ ਲੱਗ ਪਿਆ ਤੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਅਪਣਾ ਲਿਆ। ਬੁੱਧ ਧਰਮ ਦਾ ਸਾਹਿਤ ਲਿਖਿਆ ਗਿਆ। ਇਸ ਦੇ ਵਿੱਚ ਸਮਕਾਲੀਨ ਜਿਹੜਾ ਲੋਕ ਸਾਹਿਤ ਸੀ ਉਹ ਵੀ ਇਸੇ ਭਾਸ਼ਾ ਦੇ ਵਿੱਚ ਲਿਖਿਆ ਗਿਆ। ਉਸ ਤੋਂ ਬਾਅਦ ਜੋ ਅਸ਼ੋਕ ਸੀ ਉਸਨੇ ਵੀ ਬੁੱਧ ਧਰਮ ਅਪਣਾਇਆ ਸੀ, ਤਾਂ ਓਬਵੀਅਸਲੀ ਉਹ ਜਿਹੜੀ ਇਹ ਭਾਸ਼ਾ ਗੀ ਉਹਦੀ ਵੀ ਉਹਨੇ ਵਿਕਾਸ ਕਰਨ ਦੇ ਵਿੱਚ ਕਾਫੀ ਹੈਲਪ ਦਿੱਤੀ ਹੈ। ਠੀਕ ਹੈ, ਅਸ਼ੋਕ ਨੇ ਵੀ। ਤਾਂ ਉਹਨਾਂ ਨੇ ਕੀ ਕੀਤਾ? ਅਸ਼ੋਕ ਨੇ ਜਿਹੜੇ ਸ਼ਿਲਾਲੇਖ ਬਣਵਾਏ ਸੀ ਉਹਨਾਂ ਦੀ ਭਾਸ਼ਾ ਕਿਹੜੀ ਰੱਖੀ? ਪਾਲੀ ਭਾਸ਼ਾ ਰੱਖੀ। ਇਸ ਤੋਂ ਬਾਅਦ ਜੋ ਤਕਸ਼ਿਲਾ ਜਾਂ ਤਕਸ਼ਿਲਾ ਕਹਿ ਸਕਦੇ ਹਾਂ ਆਪਾਂ, ਇਹ ਯੂਨੀਵਰਸਿਟੀ ਦੇ ਵਿੱਚ ਜਿਹੜੀ ਭਾਸ਼ਾ ਸੀਗੀ, ਸਿੱਖਿਆ ਮਾਧਿਅਮ ਸੀਗਾ, ਉਹ ਵੀ ਪਾਲੀ ਭਾਸ਼ਾ ਸੀ। ਠੀਕ ਹੈ ਜੀ। ਤਾਂ ਜਿਹੜੇ ਸ਼ਿਲਾਲੇਖ ਸੀਗੇ, ਹੁਣ ਇੱਥੇ ਠੀਕ ਕਰ ਲਿਓ। ਠੀਕ ਹੈ, ਸਪੈਲਿੰਗ। ਜੋ ਸ਼ਿਲਾਲੇਖ ਸੀਗੇ ਉਹਦੇ ਵਿੱਚ ਉਪਭਾਸ਼ਾਈ ਅੰਤਰ ਆ ਗਈ। ਹੁਣ ਦੇਖੋ, ਭਾਸ਼ਾ ਚਾਹੇ ਕੋਈ ਵੀ ਹੈ ਉਸ ਦਾ ਸ਼ੁੱਧ ਰੂਪ ਕਾਇਮ ਰਹਿਣਾ ਬਹੁਤ ਔਖਾ ਹੈ। ਤਾਂ ਇਸੇ ਤਰ੍ਹਾਂ ਹੀ ਜੋ ਪਾਲੀ ਭਾਸ਼ਾ ਸੀਗੀ ਉਸ ਦੇ ਵਿੱਚ ਹੀ ਜਿਹੜੀਆਂ ਉਪਭਾਸ਼ਾਵਾਂ ਪ੍ਰਚਲਿਤ ਹੋ ਗਈਆਂ। ਸ਼ਿਲਾਲੇਖ ਲਿਖਵਾਏ ਗਏ ਸੀ ਉਹਨਾਂ ਦੇ ਵਿੱਚ ਉਪਭਾਸ਼ਾਵਾਂ ਪ੍ਰਚਲਿਤ ਹੋ ਗਈਆਂ ਤੇ ਉਹਨਾਂ ਦਾ ਜਿਹੜਾ ਰੂਪ ਹੈ ਉਹ ਬਦਲਦਾ ਗਿਆ। ਠੀਕ ਹੈ, ਤੇ ਇਸ ਉਪਭਾਸ਼ਾਈ ਰੰਗਤ ਦੇ ਕਾਰਨ ਜਿਹੜੀ ਪਾਲੀ ਭਾਸ਼ਾ ਸੀਗੀ ਉਹਦੇ ਉੱਤੇ ਕੀ ਹਾਵੀ ਹੋ ਗਿਆ ਜੀ? ਵਿਆਕਰਨਿਕ ਨਿਯਮ ਜਿਹੜੇ ਹਾਵੀ ਹੋ ਗਏ। ਦੇਖੋ, ਜਦੋਂ ਕੋਈ ਭਾਸ਼ਾ ਦੇ ਵਿੱਚ ਰਲੇਵਾਂ ਆਉਣ ਲੱਗਦਾ ਤਾਂ ਉਹਦੇ ਜਿਹੜੇ ਫਿਕਰਮੰਦ ਲੋਕ ਹੁੰਦੇ ਨੇ ਜਾਂ ਵਿਦਵਾਨ ਲੋਕ ਹੁੰਦੇ ਨੇ ਉਹ ਕੋਈ ਨਾ ਕੋਈ ਯਤਨ ਕਰਦੇ ਆ, ਜਿਵੇਂ ਸੰਸਕ੍ਰਿਤ ਵੇਲੇ ਕੀਤਾ ਸੀ ਪਾਣਿਨੀ ਨੇ। ਠੀਕ ਹੈ, ਭਰਤ ਮੁਨੀ ਨੇ। ਇਸੇ ਤਰ੍ਹਾਂ ਹੀ ਪਾਲੀ ਭਾਸ਼ਾ ਦਾ ਵਿਆਕਰਨ ਵੀ ਲਿਖਿਆ ਜਾਣ ਲੱਗ ਪਿਆ। ਕਿਹਨਾਂ ਨੇ ਲਿਖਿਆ ਸੀ ਜੀ? ਜੋ ਕਚਾਯੋਗ ਸੀਗੇ, ਇਹ ਵਿਦਵਾਨ ਦਾ ਨਾਮ ਹੈ ਇਹਨਾਂ ਨੇ। ਤੇ ਇਸ ਕਰਕੇ ਹੁਣ ਇਹ ਭਾਸ਼ਾ ਦੇ ਵਿੱਚ ਵੀ ਜਿਹੜੀਆਂ ਡਿਫਿਕਲਟੀਜ਼ ਅਖੇਵੇਂ ਆਉਣ ਲੱਗ ਗਏ ਲੋਕਾਂ ਨੂੰ, ਤਾਂ ਇਹ ਭਾਸ਼ਾ ਵੀ ਲੋਕਾਂ ਤੋਂ ਦੂਰ ਹੋ ਗਈ। ਤਾਂ ਇਸ ਤੋਂ ਬਾਅਦ ਇਸ ਦੀ ਜਗ੍ਹਾ ਕਿਸ ਨੇ ਲਈ? ਦੂਸਰੀਆਂ ਪ੍ਰਕਿਰਤਾਂ ਨੇ, ਜੋ ਕਿ ਆਮ ਲੋਕਾਂ ਦੀ ਭਾਸ਼ਾ ਕਹਾਈ। ਜਿਵੇਂ ਇਹਦੇ ਸ਼ਬਦੀ ਅਰਥ ਤੋਂ ਹੀ ਸਾਨੂੰ ਪਤਾ ਲੱਗਦਾ ਕਿ ਪ੍ਰਕਿਰਤ ਦਾ ਮਤਲਬ ਹੁੰਦਾ ਹੈ ਸਹਿਜ ਸੁਭਾਅ।
ਇਹ ਪ੍ਰਸ਼ਨ ਨੋਟ ਕਰ ਲਿਓ। ਸਹਿਜ ਸੁਭਾਅ ਜਿਹੜੀ ਆਟੋਮੈਟਿਕਲੀ ਲੋਕਾਂ ਦੇ ਅੰਦਰੋਂ ਨਿਕਲਦੀ ਹੈ, ਠੀਕ ਹੈ। ਜਿਵੇਂ ਸੰਸਕ੍ਰਿਤ ਦਾ ਸੌਖਾ ਪੱਖ ਕਹਿ ਸਕਦੇ ਹਾਂ ਆਪਾਂ, ਉਸ ਭਾਸ਼ਾ ਨੂੰ ਮੰਨਿਆ ਜਾਂਦਾ ਹੈ ਪ੍ਰਕਿਰਤ, ਤੇ ਇਹਦਾ ਸਿੱਧਾ ਸੰਬੰਧ ਸੰਸਕ੍ਰਿਤ ਨਾਲ ਜੋੜਿਆ ਜਾਂਦਾ, ਜੋ ਕਿ ਸੁਤੰਤਰ ਰੂਪ ਵਿੱਚ ਵਿਚਰਦੀ ਆ ਰਹੀ ਸੀ। ਜਿਹੜੀ ਸੌਖੀ ਸੰਸਕ੍ਰਿਤ ਕਹਿ ਸਕਦੇ ਹਾਂ ਆਪਾਂ, ਉਹਨੂੰ ਆਪਾਂ ਪ੍ਰਕਿਰਤ ਮੰਨ ਸਕਦੇ ਹਾਂ, ਠੀਕ ਹੈ ਜੀ। ਪਰ ਉਸ ਤੋਂ ਬਾਅਦ ਕੀ ਹੋਇਆ, ਜੋ ਪ੍ਰਕਿਰਤ ਸੀ ਉਸ ਦਾ ਵੀ ਵਿਆਕਰਨ ਲਿਖਤਾ। ਉਹ ਕਿਹਨੇ ਲਿਖਤਾ? ਵਰੂਚੀ ਨੇ। ਵਰੂਚੀ ਵਰਗੇ ਵਿਦਵਾਨਾਂ ਨੇ ਇਸ ਨੂੰ ਵੀ ਜਿਹੜੇ ਵਿਆਕਰਨਿਕ ਨਿਯਮਾਂ ਦੇ ਵਿੱਚ ਬੰਨ੍ਹਤਾ। ਉਸ ਤੋਂ ਬਾਅਦ ਇੱਕ ਹੋਰ ਵਿਦਵਾਨ ਆਉਂਦੇ ਨੇ ਹੇਮਚੰਦਰ। ਹੇਮਚੰਦਰ ਨੇ ਵੀ ਲਿਖਿਆ ਇਸ ਦਾ ਵਿਆਕਰਨ, ਠੀਕ ਹੈ, ਪ੍ਰਕਿਰਤ ਦਾ। ਪਰ ਨਾਲ ਨਾਲ ਉਹਨਾਂ ਨੇ ਜਿਹੜੀ ਅਪਭ੍ਰੰਸ਼ ਭਾਸ਼ਾ ਸੀ ਉਸ ਦਾ ਵੀ ਜਿਹੜਾ ਵਿਆਕਰਨ ਸੀਗਾ ਉਸ ਦੇ ਸੰਬੰਧੀ ਕੁਝ ਸਿਧਾਂਤ ਪੇਸ਼ ਕਰਤੇ ਆਪਣੇ ਗ੍ਰੰਥ ਦੇ ਵਿੱਚ, ਠੀਕ ਹੈ। ਤਾਂ ਕਾਫੀ ਮਹੱਤਵਪੂਰਨ ਪ੍ਰਕਿਰਤਾਂ ਜਿਹੜੀਆਂ ਉਸ ਸਮੇਂ ਪ੍ਰਚਲਿਤ ਰਹੀਆਂ, ਉਹਨਾਂ ਦੇ ਵਿੱਚੋਂ ਮੁੱਖ ਦੇ ਨਾਮ ਆਪਾਂ ਕਰਾਂਗੇ ਜਿਨ੍ਹਾਂ ਦਾ ਸੰਬੰਧ ਕਿਤੇ ਨਾ ਕਿਤੇ ਸਾਡੀ ਪੰਜਾਬੀ ਭਾਸ਼ਾ ਦੇ ਨਾਲ ਜੁੜਦਾ ਹੈ। ਉਹ ਹੈ ਜੀ ਮਹਾਰਾਸ਼ਟਰੀ, ਅਰਧਮਗਧੀ, ਸੌਰਸ਼ੈਨੀ ਤੇ ਪੈਸਾਚੀ, ਠੀਕ ਹੈ। ਤੇ ਇਸ ਤੋਂ ਬਾਅਦ ਕਿਹੜੀ ਭਾਸ਼ਾ ਕਿਹੜੀ ਚੋਂ ਨਿਕਲੀ ਆਪਾਂ ਬਾਅਦ 'ਚ ਕਰਦੇ ਹਾਂ। ਜਿਹੜੀ ਅਪਭ੍ਰੰਸ਼ ਆ, ਠੀਕ ਹੈ, ਅਪਭ੍ਰੰਸ਼ਾਂ ਦਾ ਸਮਾਂ ਕਦੋਂ ਰਿਹਾ? ਹੁਣ ਪ੍ਰਕਿਰਤਾਂ ਦੀ ਜਗ੍ਹਾ ਕਿਸ ਨੇ ਲੈ ਲਈ? ਅਪਭ੍ਰੰਸ਼ਾਂ ਨੇ। ਤਾਂ ਇਹ ਸਮਾਂ ਰਿਹਾ ਜੀ 500 ਈਸਵੀ ਤੋਂ 1000 ਈਸਵੀ, ਠੀਕ ਹੈ। ਹੁਣ ਇਹ ਈਸਵੀ 'ਚ ਚੱਲ ਪਏ, ਪਹਿਲਾਂ ਆਪਾਂ ਈਸਵੀ ਪੂਰਵ ਕੀਤੇ ਆ। ਤਾਂ ਸਭ ਤੋਂ ਪਹਿਲਾਂ ਇਹਦਾ ਸ਼ਬਦੀ ਅਰਥ ਹੀ ਕਰਾਂਗੇ ਆਪਾਂ। ਇਹ ਪੇਪਰ ਦੇ ਵਿੱਚ ਆ ਵੀ ਚੁੱਕਿਆ, ਠੀਕ ਹੈ, ਤੇ ਇਹਨੂੰ ਧਿਆਨ ਨਾਲ ਕਰ ਲਿਓ। ਸ਼ਬਦੀ ਅਰਥ ਕੀ ਹੈ? ਭ੍ਰਿਸ਼ਟ ਹੋ ਚੁੱਕੀ ਜਾਂ ਭਟਕੀ ਹੋਈ ਭਾਸ਼ਾ। ਜ਼ਿਆਦਾਤਰ ਜਿਹੜਾ ਸਹੀ ਮੰਨਿਆ ਜਾਂਦਾ ਉਹ ਭ੍ਰਿਸ਼ਟ ਹੋ ਚੁੱਕੀ ਭਾਸ਼ਾ ਹੀ ਮੰਨਿਆ ਜਾਂਦਾ। ਤਾਂ ਹੁਣ ਇਸ ਸੰਬੰਧੀ ਕੀ ਖਿਆਲ ਕੀਤਾ ਗਿਆ ਕਿ ਹਰੇਕ ਪ੍ਰਕਿਰਤ ਸੀ ਜਿਹੜੀ ਉਹਦੇ ਵਿੱਚੋਂ ਕੋਈ ਨਾ ਕੋਈ ਅਪਭ੍ਰੰਸ਼ ਜਿਹੜਾ ਪੈਦਾ ਹੁੰਦੀ ਹੀ ਹੁੰਦੀ ਹੈ। ਜਿਸ ਤਰ੍ਹਾਂ ਆਪਾਂ ਜੇ ਇਸ ਦੇ ਸ਼ਬਦੀ ਬਣਤਰ ਨੂੰ ਦੇਖੀਏ, ਅਪਭ੍ਰੰਸ਼, ਠੀਕ ਹੈ, ਅਪ ਇੱਕ ਅਜਿਹਾ ਅਗੇਤਰ ਕਹਿ ਸਕਦੇ ਹਾਂ ਆਪਾਂ ਜਿਸ ਦਾ ਮਤਲਬ ਹੁੰਦਾ ਬੁਰਾ। ਜਿਹਦੇ ਆਪਾਂ ਮਾਨ ਦੇ ਮੂਹਰੇ ਲਾ ਦਈਏ ਅਪਮਾਨ, ਤਾਂ ਇੱਕ ਕੋਈ ਬੁਰੀ ਚੀਜ਼ ਹੋਣੀ, ਠੀਕ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਅਪਭਾਸ਼ਾ, ਉਸ ਨੂੰ ਵੀ ਮਾੜਾ ਮੰਨਿਆ ਜਾਂਦਾ, ਠੀਕ ਹੈ, ਅਸੱਭਿਅਕ ਮੰਨਿਆ ਜਾਂਦਾ ਹੈ। ਤਾਂ ਅਪਭ੍ਰੰਸ਼ ਵੀ ਫਿਰ ਭ੍ਰਿਸ਼ਟ ਹੋ ਚੁੱਕੀ ਭਾਸ਼ਾ ਮੰਨੀ ਜਾਣ ਲੱਗ ਪਈ ਸੀ, ਤੇ ਜਿਹੜੇ ਵਿਦਵਾਨ ਲੋਕ ਸੀਗੇ ਉਹ ਇਸ ਨੂੰ ਪਸੰਦ ਨਹੀਂ ਕਰਦੇ ਸੀ। ਤਾਂ ਜਿਹੜੀਆਂ ਅਪਭ੍ਰੰਸ਼ ਕਾਫੀ ਪ੍ਰਸਿੱਧ ਹੋਈਆਂ, ਉਹਨਾਂ ਦਾ ਨਾਮ ਹੈ ਜੀ ਨਾਗਰ, ਗੁਰਜਰ ਤੇ ਉੱਤਰੀ। ਇਹ ਜ਼ਿਆਦਾ ਪ੍ਰਸਿੱਧ ਹੋਈਆਂ, ਠੀਕ ਹੈ। ਜੇ ਆਪਾਂ ਗੱਲ ਕਰੀਏ ਇਸ ਦੇ ਨਾਮਕਰਨ ਦੀ, ਤਾਂ ਸਭ ਤੋਂ ਪਹਿਲਾਂ ਇਸ ਦਾ ਨਾਮ ਜਿਹੜਾ ਸਾਨੂੰ ਮਿਲਦਾ ਹੈ ਉਹ ਮਿਲਦਾ ਹੈ ਪਤੰਜਲੀ ਦੇ ਮਹਾਭਾਸ਼ਯ ਤੋਂ, ਠੀਕ ਹੈ। ਉਸ ਦੇ ਇਹ ਵਾਲੀ ਜਿਹੜੀ ਰਚਨਾ ਕੀ ਮਹਾਭਾਸ਼ਯ, ਉਸ ਤੋਂ ਮਿਲਦਾ ਸਾਨੂੰ ਇਸ ਦਾ ਨਾਮ, ਠੀਕ ਹੈ। ਤਾਂ ਇਸ ਦਾ ਜਿਹੜਾ ਵਿਆਕਰਨ ਸੀ ਅਪਭ੍ਰੰਸ਼ ਦਾ, ਉਹ ਲਿਖਿਆ ਹੇਮਚੰਦਰ ਨੇ। ਹੁਣ ਇਹ ਚੀਜ਼ ਦਾ ਇੱਕ ਆਪਣਾ ਕਾਮਨ ਜਿਹਾ ਪ੍ਰਿੰਸੀਪਲ ਬਣ ਗਿਆ ਸੀਗਾ, ਆਮ ਸਿਧਾਂਤ ਬਣ ਗਿਆ ਕਿ ਜਦੋਂ ਕਿਸੇ ਭਾਸ਼ਾ ਨੂੰ ਵਿਆਕਰਨਿਕ ਨਿਯਮਾਂ ਦੇ ਵਿੱਚ ਬੰਨ੍ਹ ਦਿੱਤਾ ਜਾਵੇਗਾ, ਠੀਕ ਹੈ, ਜਾਂ ਉਸ ਦੇ ਵਿੱਚ ਜਿਹੜੀ ਸੌਖ ਹੈ ਉਹ ਖਤਮ ਕਰ ਦਿੱਤੀ ਜਾਵੇਗੀ, ਤਾਂ ਜਿਹੜੇ ਉਸ ਭਾਸ਼ਾ ਨੂੰ ਬੋਲਣ ਵਾਲੇ ਲੋਕ ਆ ਉਸ ਭਾਸ਼ਾ ਤੋਂ ਦੂਰ ਹੋ ਜਾਂਦੇ ਨੇ, ਠੀਕ ਹੈ, ਕਿਉਂਕਿ ਲੋਕ ਸੌਖ ਨੂੰ ਪਸੰਦ ਕਰਦੇ ਆ। ਤਾਂ ਇਹ ਸਾਡਾ ਆਮ ਸਿਧਾਂਤ ਬਣ ਗਿਆ। ਤਾਂ ਹੁਣ ਜਿਹੜੀ ਅਪਭ੍ਰੰਸ਼ ਹੈਗੀ ਉਹ ਵੀ ਅੱਗੇ ਉਪਭਾਸ਼ਾਈ ਰੰਗਤ ਦੇ ਵਿੱਚ ਰੰਗੀ ਗਈ, ਤੇ ਇਸ ਦੀਆਂ ਵੀ ਜਿਹੜੀਆਂ ਉਪਭਾਸ਼ਾਵਾਂ ਪੈਦਾ ਹੋ ਗਈਆਂ, ਤੇ ਜਿਨ੍ਹਾਂ ਨੂੰ ਕਿਹਾ ਜਾਣ ਲੱਗ ਪਿਆ ਆਧੁਨਿਕ ਬੋਲੀਆਂ। ਤੇ ਇਹਦਾ ਸਮਾਂ ਹੈ ਜੀ 1000 ਈਸਵੀ ਤੋਂ ਬਾਅਦ ਵਾਲਾ, ਹੁਣ ਤੱਕ ਦਾ, ਠੀਕ ਹੈ। ਕਿਹੜੀਆਂ ਕਿਹੜੀਆਂ ਆਈਆਂ ਆਪਾਂ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰੀਏ ਮਹਾਰਾਸ਼ਟਰੀ ਪ੍ਰਕਿਰਤ ਦੀ। ਤਾਂ ਜੋ ਮਹਾਰਾਸ਼ਟਰੀ ਪ੍ਰਕਿਰਤ ਸੀ, ਇਹਦੇ ਵਿੱਚੋਂ ਜੋ ਭਾਸ਼ਾ ਨਿਕਲੀ ਉਸ ਦਾ ਨਾਮ ਮਰਾਠੀ। ਉਸ ਤੋਂ ਬਾਅਦ ਹੈ ਜੀ ਅਰਧਮਗਧੀ, ਇਹਦੇ ਵਿੱਚੋਂ ਨਿਕਲੀ ਪੂਰਬੀ ਹਿੰਦੀ, ਤੇ ਸੌਰਸ਼ੈਨੀ ਇਸ ਦੇ ਵਿੱਚੋਂ ਨਿਕਲੀ ਰਾਜਸਥਾਨੀ ਤੇ ਗੁਜਰਾਤੀ। ਇੱਥੇ ਆਪਾਂ ਇੱਕ ਐਡ ਨਹੀਂ ਕੀਤੀ, ਉਹ ਹੈ ਜੀ ਪੈਸਾਚੀ। ਉਹ ਕਿਉਂ ਨਹੀਂ ਕੀਤੀ? ਕਿਉਂਕਿ ਕਾਫੀ ਵਿਦਵਾਨ ਨੇ ਉਹਦੇ ਸੰਬੰਧੀ ਜਿਹੜੀ ਰਾਏ ਹੈਗੀ ਉਹ ਅਲੱਗ-ਅਲੱਗ ਹੈ। ਕੋਈ ਉਸਦਾ ਜਿਹੜਾ ਪ੍ਰਭਾਵ ਪੰਜਾਬੀ 'ਤੇ ਮੰਨਦਾ ਤੇ ਕੋਈ ਨਹੀਂ ਮੰਨਦਾ, ਪਰ ਅਸੀਂ ਉਸ ਚੀਜ਼ ਨੂੰ ਝੁਠਲਾ ਨਹੀਂ ਸਕਦੇ ਕਿ ਕਿਤੇ ਨਾ ਕਿਤੇ ਜਿਹੜੀ ਪੈਸਾਚੀ ਆ ਉਸਨੇ ਵੀ ਪੰਜਾਬੀ ਉੱਤੇ ਆਪਣਾ ਪ੍ਰਭਾਵ ਪਾਇਆ। ਇਸ ਕਰਕੇ ਆਪਾਂ ਉਹਨੂੰ ਵੀ ਸ਼ਾਮਿਲ ਕਰ ਸਕਦੇ ਹਾਂ 4 ਨੰਬਰ 'ਤੇ, ਠੀਕ ਹੈ। ਤਾਂ ਜੋ ਜ਼ਿਆਦਾ ਲੱਛਣ ਮਿਲਦੇ ਆ ਸਾਡੇ ਪੰਜਾਬੀ ਦੇ, ਉਹ ਮਿਲਦੇ ਨੇ ਸੌਰਸ਼ੈਨੀ ਅਪਭ੍ਰੰਸ਼ ਪ੍ਰਕਿਰਤ ਨਾਲ, ਠੀਕ ਹੈ। ਸੌਰਸ਼ੈਨੀ ਪ੍ਰਕਿਰਤ ਨਾਲ ਕਿਸ ਤਰ੍ਹਾਂ ਮਿਲਦੇ ਨੇ? ਜਿਵੇਂ ਕਹਿੰਦਾ ਸ਼ਬਦ ਪੰਜਾਬੀ ਦਾ ਹੈ ਨਾ, ਤਾਂ ਸੌਰਸ਼ੈਨੀ ਦੇ ਵਿੱਚ ਉਸਨੂੰ ਕਿਹਾ ਜਾਂਦਾ ਕਥੇਦ, ਠੀਕ ਹੈ ਜੀ। ਇੱਕ ਐਗਜ਼ਾਮਪਲ ਸੀਗੀ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜੋ ਸਾਡੀ ਪੰਜਾਬੀ ਹੈ ਉਹ ਕਿਸ ਤਰ੍ਹਾਂ ਆਈ। ਤਾਂ ਦੇਖੋ, ਪੱਛਮੀ ਪੰਜਾਬ ਤੇ ਪੂਰਬੀ ਹਿੱਸਾ, ਠੀਕ ਹੈ, ਪੰਜਾਬ ਦਾ ਪੱਛਮੀ ਹਿੱਸਾ ਤੇ ਪੰਜਾਬ ਦਾ ਪੂਰਬੀ ਹਿੱਸਾ, ਇਹਨਾਂ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਪ੍ਰਕਿਰਤਾਂ ਉਹ ਚੱਲ ਰਹੀਆਂ ਸੀ। ਪ੍ਰਕਿਰਤਾਂ ਕਹਿ ਸਕਦੇ ਹਾਂ ਆਪਾਂ, ਅਪਭ੍ਰੰਸ਼ ਕਹਿ ਸਕਦੇ ਹਾਂ, ਅਲੱਗ-ਅਲੱਗ ਰੂਪ ਚੱਲ ਰਹੇ ਸੀ ਉਹਨਾਂ ਦੇ। ਪੱਛਮੀ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਪੈਸਾਚੀ ਅਪਭ੍ਰੰਸ਼, ਠੀਕ ਹੈ, ਤੇ ਜੋ ਪੂਰਬੀ ਹਿੱਸਾ ਸੀ ਪੰਜਾਬ ਦਾ ਉਸ ਦੇ ਵਿੱਚ ਸੀ
ਸੌਰ ਸ਼ੈਣੀ। ਹੁਣ ਇਸ ਤੋਂ ਬਾਅਦ ਇਹਨਾਂ ਦੀਆਂ ਸਥਾਨਕ ਬੋਲੀਆਂ ਉਪਜੀਆਂ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਨਾ ਕਿ ਕੋਈ ਵੀ ਭਾਸ਼ਾ ਗੀ ਉਸ ਦੀਆਂ ਉਪਭਾਸ਼ਾਵਾਂ ਹੁੰਦੀਆਂ ਹੀ ਹੁੰਦੀਆਂ ਨੇ, ਉਸ ਦੀਆਂ ਸਥਾਨਕ ਬੋਲੀਆਂ ਹੁੰਦੀਆਂ ਹੀ ਹੁੰਦੀਆਂ ਨੇ। ਜਿਵੇਂ ਆਪਣੀ ਪੰਜਾਬੀ ਦੀ ਵੀ ਮਾਝੀ, ਦੁਆਬੀ, ਪੁਆਧੀ ਹੈ ਨਾ, ਤਾਂ ਜੋ ਪੈਸਾਚੀ ਸੀ ਉਸ ਦੀ ਜੋ ਪ੍ਰਮੁੱਖ ਉਪਬੋਲੀ ਕਹਿ ਸਕਦੇ ਹਾਂ ਆਪਾਂ, ਜਾਂ ਉਸ ਦੀ ਸਥਾਨਕ ਬੋਲੀ ਕਹਿ ਸਕਦੇ ਹਾਂ, ਉਹ ਬਣੀ ਟੱਕੀ। ਠੀਕ ਹੈ, ਅਤੇ ਜੋ ਸੌਰ ਸ਼ੈਣੀ ਸੀ ਉਸ ਦੀ ਜੋ ਸਥਾਨਕ ਬੋਲੀ ਬਣੀ ਕੈਕਈ। ਠੀਕ ਹੈ ਜੀ, ਤਾਂ ਇਹਨਾਂ ਦੋਨਾਂ ਦੇ ਵਿੱਚੋਂ ਜੋ ਵੀ ਬੋਲੀ ਉਪਜੀ ਉਸ ਦਾ ਜੋ ਮਿਸ਼ਰਣ ਸੀਗਾ ਉਹ ਬਣਿਆ ਸਾਡੀ ਪੰਜਾਬੀ। ਠੀਕ ਹੈ ਜੀ, ਫਾਈਨਲੀ ਆਪਣੀ ਪੰਜਾਬੀ ਦਾ ਜਨਮ ਆ ਜਿਹੜਾ ਉਹ ਹੋ ਗਿਆ। ਠੀਕ ਹੈ, ਇੰਨੇ ਪੜਾਵਾਂ ਦੇ ਵਿੱਚੋਂ ਨਿਕਲ ਕੇ ਆਈ ਸਾਡੀ ਪੰਜਾਬੀ, ਅਤੇ ਹੁਣ ਸਾਨੂੰ ਮਿਲ ਗਈ ਹੈ, ਕਿੱਥੋਂ ਮਿਲੀ ਹੈ? ਟੱਕੀ ਅਤੇ ਜੋ ਕਈ ਸਥਾਨਕ ਬੋਲੀਆਂ ਨੇ ਦੋਨਾਂ ਦੇ ਸੁਮੇਲ ਤੋਂ ਬਣ ਗਈ ਸਾਡੀ ਪੰਜਾਬੀ। ਕੰਗ੍ਰੈਚੁਲੇਸ਼ਨਸ। ਠੀਕ ਹੈ, ਇਸ ਤੋਂ ਬਾਅਦ ਇੱਕ ਜੋ ਹੋਰ ਮੈਨੂੰ ਲੱਗਿਆ ਕਿ ਪ੍ਰਸ਼ਨ ਆ ਸਕਦਾ ਹੈ, ਆਪਾਂ ਇਹਨੂੰ ਵੀ ਸ਼ਾਮਿਲ ਕਰ ਹੀ ਲਈਏ ਨਾਲ। ਇਸ ਦੇ ਵਿੱਚ ਜੀ ਜੋ ਮੈਂ ਬ੍ਰੈਕਟ ਦੇ ਵਿੱਚ ਲਿਖਿਆ ਜੀ ਇਹਨੂੰ ਆਪਾਂ ਛੱਡ ਦਈਏ, ਸਕਿਪ ਕਰ ਦਈਏ। ਇਹ ਵੀ ਦੱਸਾਂਗੇ ਕਿਉਂ ਕੀਤਾ ਸੀ। ਨਿਰੀ ਸਾਹਿਤਿਕ ਭਾਸ਼ਾ ਤਾਂ ਵਾਂਝ ਤੀਵੀਂ ਵਰਗੀ ਹੁੰਦੀ ਹੈ ਜੋ ਕੋਈ ਧੀ ਪੁੱਤ ਨਹੀਂ ਜਾਣ ਸਕਦੀ। ਇਹ ਕਥਨ ਹੈ ਜੀ ਪਿਆਰਾ ਸਿੰਘ ਪਦਮ ਦਾ। ਇਹ ਪੁੱਛ ਸਕਦੇ ਨੇ ਕਥਨ ਕਿਸ ਦਾ ਹੈ, ਕਾਫੀ ਇੰਪੋਰਟੈਂਟ ਹੈ। ਠੀਕ ਹੈ, ਇਹਨੂੰ ਧਿਆਨ ਨਾਲ ਕਰ ਲਿਓ। ਦੇਖੋ ਆਪਾਂ ਜੇ ਧਾਰਮਿਕ ਜਾਂ ਨਿਯਮਬੱਧ ਵੀ ਇਹਨੂੰ ਵਿੱਚ ਸ਼ਾਮਿਲ ਕਰ ਲਈਏ, ਠੀਕ ਹੈ, ਇਹ ਜਿਹੜਾ ਆਪਾਂ ਕੱਟਿਆ ਉਹਨੂੰ ਵੀ ਸ਼ਾਮਿਲ ਕਰ ਲਈਏ। ਇਹ ਤਾਂ ਨਹੀਂ ਸ਼ਾਮਿਲ ਕੀਤਾ ਸੀ ਕਿਉਂਕਿ ਪਰਿਭਾਸ਼ਾ ਸਿਰਫ ਇੰਨੀ ਦਿੱਤੀ ਹੈ ਉਹਨਾਂ ਨੇ, ਪਿਆਰਾ ਸਿੰਘ ਪਦਮ ਨੇ ਆਹ ਚੀਜ਼ਾਂ ਸ਼ਾਮਿਲ ਨਹੀਂ ਕੀਤੀਆਂ ਜੋ ਮੈਂ ਬ੍ਰੈਕਟ 'ਚ ਲਿਖੀਆਂ ਨੇ। ਪਰ ਸਧਾਰਨ ਜਿਹੜੀ ਭਾਸ਼ਾ ਗਈ ਉਹਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਕਿ ਜਿਹੜੀ ਭਾਸ਼ਾ ਨਿਰੀ ਸਾਹਿਤਕ ਹੋਊਗੀ ਜਾਂ ਨਿਰੀ ਧਾਰਮਿਕ ਜਾਂ ਨਿਰੀ ਨਿਯਮਬੱਧ ਹੋਊਗੀ ਉਹ ਕਦੇ ਵੀ ਕਿਸੇ ਹੋਰ ਭਾਸ਼ਾ ਨੂੰ ਜਨਮ ਨਹੀਂ ਦੇ ਸਕਦੀ। ਇਹ ਪੋਸੀਬਲ ਹੈ ਕਿ ਉਹ ਕਿਸੇ ਹੋਰ ਭਾਸ਼ਾ ਉੱਤੇ ਆਪਣਾ ਪ੍ਰਭਾਵ ਪਾਵੇ, ਪਰ ਉਹ ਆਪਣੇ ਵਿੱਚੋਂ ਕਿਸੇ ਹੋਰ ਭਾਸ਼ਾ ਨੂੰ ਜਨਮ ਨਹੀਂ ਦੇ ਸਕਦੀ। ਇਵੇਂ ਹੀ ਹੋਇਆ ਸਾਡੀ ਪੰਜਾਬੀ ਨਾਲ। ਜੇ ਆਪਾਂ ਕਹੀਏ ਕਿ ਪੰਜਾਬੀ ਭਾਸ਼ਾ ਸਿੱਧੀ ਸਿੱਧੀ ਦੇਣ ਹੈ ਸੰਸਕ੍ਰਿਤ ਦੀ, ਤਾਂ ਅਜਿਹਾ ਕਹਿਣਾ ਬਿਲਕੁਲ ਗਲਤ ਹੈ। ਅਜਿਹਾ ਨਹੀਂ ਹੈ, ਇਹਨੂੰ ਅਲੱਗ-ਅਲੱਗ ਪੜਾਅ ਜਿਹੜੇ ਪਾਰ ਕਰਕੇ ਆਉਣਾ ਪਿਆ। ਅੱਜ ਪੰਜਾਬੀ ਭਾਸ਼ਾ ਸਾਨੂੰ ਸੌਖੀ ਕਿਉਂ ਪ੍ਰਤੀਕ ਹੁੰਦੀ ਹੈਗੀ, ਆਪਣੀ ਆਪਣੀ ਕਿਉਂ ਲੱਗਦੀ ਆ? ਕਿਉਂਕਿ ਇਹਦੇ ਵਿੱਚ ਸੌਖ ਹੈ, ਬੋਲਣ ਦੇ ਵਿੱਚ ਸੌਖ ਹੈ। ਠੀਕ ਹੈ, ਅਤੇ ਕਿਸੇ ਵੀ ਕਲਾਸੀਕਲ ਭਾਸ਼ਾ ਦੇ ਵਿੱਚੋਂ ਨਿਕਲੀ ਹੋਈ ਭਾਸ਼ਾ ਇੰਨੀ ਸੌਖ ਵਾਲੀ ਨਹੀਂ ਹੋ ਸਕਦੀ, ਆਮ ਜਨ ਜੀਵਨ ਦੇ ਨੇੜੇ ਨਹੀਂ ਹੋ ਸਕਦੀ। ਆਪਾਂ ਸੰਸਕ੍ਰਿਤ ਨੂੰ ਇਸ ਦੀ ਮੂਲ ਭਾਸ਼ਾ ਤਾਂ ਮੰਨ ਸਕਦੇ ਹਾਂ, ਪਰ ਜੇ ਅਸੀਂ ਕਹੀਏ ਕਿ ਸਿੱਧੀ ਹੀ ਪੰਜਾਬੀ ਦਾ ਜਿਹੜਾ ਜਨਮ ਹੋਇਆਗਾ ਸੰਸਕ੍ਰਿਤ ਦੇ ਵਿੱਚੋਂ, ਤਾਂ ਉਹ ਗਲਤ ਹੋਏਗਾ। ਤਾਂ ਪੰਜਾਬੀ ਦਾ ਜਨਮ ਹੋਇਆ ਜੀ ਪ੍ਰਕਿਰਤਾ ਦੇ ਵਿੱਚੋਂ, ਅਪਭ੍ਰੰਸ਼ਾਂ ਦੇ ਵਿੱਚੋਂ। ਕਿਹੜੇ ਕਿਹੜੇ ਹੈ ਉਹ? ਟੱਕੀ ਅਤੇ ਕੈਕਈ। ਠੀਕ ਹੈ ਜੀ, ਤਾਂ ਇਹ ਸੀ ਆਪਣਾ ਅੱਜ ਦਾ ਲੈਕਚਰ। ਇੱਥੇ ਹੀ ਖ਼ਤਮ ਕਰਦੇ ਹਾਂ ਆਪਾਂ, ਅਤੇ ਆਸ ਹੈ ਕਿ ਤੁਹਾਨੂੰ ਸਾਰੀ ਸਮਝ ਲੱਗ ਗਈ ਹੋਏਗੀ ਪੰਜਾਬੀ ਭਾਸ਼ਾ ਦੇ ਨਿਕਾਸ ਬਾਰੇ। ਅਗਲੀ ਜੋ ਸਾਡੀ ਵੀਡੀਓ ਰਹੇਗੀ ਉਹ ਰਹੇਗੀ ਪੰਜਾਬੀ ਭਾਸ਼ਾ ਦੇ ਵਿਕਾਸ ਉੱਤੇ। ਠੀਕ ਹੈ ਜੀ, ਜੇਕਰ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਤਾਂ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿਸ ਤਰ੍ਹਾਂ ਲੱਗ ਰਹੇ ਨੇ ਤੁਹਾਨੂੰ ਆਪਣੇ ਚੈਨਲ ਦੇ ਯਤਨ। ਸਭ ਨੇ ਆਪਣੇ ਸੁਜੈਸ਼ਨ ਜ਼ਰੂਰ ਦੇਣੇ ਆ, ਕਮੈਂਟ ਜ਼ਰੂਰ ਕਰਕੇ ਜਾਣਾ। ਠੀਕ ਹੈ, ਜ਼ਰੂਰ ਕਰਿਆ ਕਰੋ ਕਮੈਂਟ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਤੁਹਾਡਾ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਆਪਣੇ ਚੈਨਲ ਪ੍ਰਤੀ। ਅਤੇ ਜੇਕਰ ਚੰਗੀ ਲੱਗੀ ਵੀਡੀਓ ਤਾਂ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ ਜੋ ਵੀ ਪੰਜਾਬੀ ਦੀ ਤਿਆਰੀ ਕਰ ਰਹੇ ਨੇ। ਸੋ ਕਰਦੇ ਰਹੋ ਪੰਜਾਬੀ ਦੀ ਤਿਆਰੀ ਅਤੇ ਦੇਖਦੇ ਰਹੋ ਤੁਹਾਡਾ ਆਪਣਾ ਸਪੀਰੀਅਸ ਸਟੱਡੀ ਚੈਨਲ। ਧੰਨਵਾਦ ਜੀ।